कोरोना वायरस ਨੂੰ ਲੈ ਕੇ ਜਿਹੜੀ ਟੈਕਨੋਲੋਜੀ ਹੈ ਡਿਵੈਲਪ ਕੀਤੀ ਜਾ ਰਹੀ ਹੈ ਤੇ ਜਿਹੜੇ ਕੇਸ ਕਿੰਨੇ ਕੇਸ ਕਿਸ ਇਲਾਕੇ ਦੇ ਵਿੱਚ ਹੋ ਰਹੇ ਨੇ ਉਹਨਾਂ ਦੀ ਅਪਡੇਟ ਵੀ ਤੁਹਾਨੂੰ ਤੁਹਾਡੇ ਮੋਬਾਈਲ ਤੇ ਦਿੱਤੀ ਜਾ ਰਹੀ ਹੈ ਤੇ ਇਸੇ ਦੌਰਾਨ ਪੰਜਾਬ ਦੀ ਅਸੀਂ ਗੱਲ ਕਰੀਏ ਤਾਂ ਕੋਵਾ ਐਪ ਦੀ ਬੜੀ ਵੱਡੀ ਮਸ਼ਹੂਰੀ ਕੀਤੀ ਜਾ ਰਹੀ ਹੈ। ਜੇ ਤੁਸੀਂ ਕਿਸੇ ਮਾਲ ਦੇ ਵਿੱਚ ਸ਼ਾਪਿੰਗ ਵਾਸਤੇ ਵੀ ਜਾਂਦੇ ਹੋ ਤਾਂ ਉੱਥੇ ਪੁੱਛਿਆ ਜਾਂਦਾ ਹੈ, ਬੁਖਾਰ ਚੈੱਕ ਕੀਤਾ ਜਾਂਦਾ, ਤੁਹਾਡਾ ਟੈਂਪਰੇਚਰ ਚੈੱਕ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਪੁੱਛਦੇ ਨੇ ਕਿ ਮੋਬਾਈਲ ਦੇ ਵਿੱਚ ਕੋਵਾ ਐਪ ਹੈਗੀ ਹੈ। ਫਿਰ ਇਹ ਕੋਵਾ ਐਪ ਹੈ ਮੇਰੇ ਮੋਬਾਈਲ 'ਚ ਜਿਹੜੀ ਡਾਊਨਲੋਡ ਹੈ, ਇਹ ਕੋਵਾ ਐਪ ਹੈ। ਇਸ 'ਤੇ ਕਲਿੱਕ ਕਰੋਗੇ ਤੁਹਾਨੂੰ ਕੋਵਾ ਉੱਪਰ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲੱਗੀ ਹੋਈ ਹੈ ਤਾਂ ਇੰਟਰਨੈਟ ਮੈਂ ਬੰਦ ਕਰ ਰੱਖਿਆ ਤਾਂ ਉੱਪਰ ਇੱਥੇ ਸਪੀਚ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨਜ਼ਰ ਆ ਜਾਂਦੇ ਆ। ਔਰ ਇਸ ਐਪਲੀਕੇਸ਼ਨ ਦੀ ਵੱਡੇ ਪੱਧਰ 'ਤੇ ਮਸ਼ਹੂਰੀ ਕੀਤੀ ਜਾ ਰਹੀ ਹੈ ਕਿ ਇਸ ਦੇ ਨਾਲ ਤੁਸੀਂ ਅਪਡੇਟ ਜਿਹੜੀ ਹੈ ਉਹ ਸਰਕਾਰ ਤੱਕ ਆਪਦੀ ਪਹੁੰਚਾ ਸਕਦੇ ਹੋ। ਪਰ ਤੁਹਾਨੂੰ ਸੁਣ ਕੇ ਥੋੜ੍ਹਾ ਅਜੀਬ ਲੱਗੂਗਾ ਕਿ ਜਦੋਂ ਕਿਸੇ ਨੇ ਇਹ ਐਪ ਡਾਊਨਲੋਡ ਕੀਤੀ ਹੋਵੇ ਸੈਮੀਨਾਰ ਅਟੈਂਡ ਕਰਨ ਤੋਂ ਬਾਅਦ, ਉਸ ਤੋਂ ਬਾਅਦ ਇਹ ਐਪਲੀਕੇਸ਼ਨ ਅਨਇੰਸਟਾਲ ਯਾਨੀ ਡਿਲੀਟ ਕੀਤੀ ਤਾਂ ਫਿਰ ਉਹਨਾਂ 'ਤੇ ਪਰਚਾ ਦਰਜ ਹੋ ਗਿਆ। ਜੀ ਹਾਂ, ਕਪੂਰਥਲਾ ਦੇ ਖੁਸਰੋਪੁਰ ਪਿੰਡ ਦੇ ਰਹਿਣ ਵਾਲੇ ਡਾਕਟਰ ਸੁਰਜੀਤ ਸਿੰਘ ਸਾਡੇ ਨਾਲ ਨੇ ਜਿਨ੍ਹਾਂ 'ਤੇ ਪਰਚਾ ਹੋ ਗਿਆ ਧਾਰਾ 188 ਦੇ ਤਹਿਤ। ਡਾਕਟਰ ਸਾਹਿਬ, ਕਦੋਂ ਤੁਸੀਂ ਗਏ ਸੀ ਸੈਮੀਨਾਰ ਕੋਈ ਅਟੈਂਡ ਕੀਤਾ ਸੀ ਕੋਵਾ ਐਪ ਦਾ ਜਿੱਥੇ ਤੁਸੀਂ ਐਪਲੀਕੇਸ਼ਨ ਡਾਊਨਲੋਡ ਕੀਤੀ ਸੀ? ਉਸ ਤੋਂ ਬਾਅਦ ਹੋਇਆ ਕੀ ਪੂਰਾ ਪ੍ਰੋਸੈਸ? ਇਹ ਕਾਲਾ ਸੰਘਿਆਂ ਸਾਡੇ ਲਾਗੇ ਨਜ਼ਦੀਕ ਹਸਪੀਟਲ ਪੈਂਦਾ, ਸਿਵਲ ਹਸਪੀਟਲ, ਜਿੱਥੇ ਇਹ ਕੋਵਾ ਐਪ ਨੂੰ ਲੈ ਕੇ ਬਹੁਤ ਵੱਡਾ ਸੈਮੀਨਾਰ ਉੱਥੋਂ ਦੇ ਐਸਐਮਓ ਡਾਕਟਰ ਮਨਜੀਤ ਸਿੰਘ ਜੀ ਸੋਢੀ ਵੱਲੋਂ ਕੀਤਾ ਗਿਆ ਸੀ। ਲੋਕਾਂ ਨੂੰ ਅਪੀਲ ਕੀਤੀ ਗਈ ਸੀਗੀ, ਅਖਬਾਰਾਂ ਦੇ ਵਿੱਚ ਵੀ ਵੱਡੀਆਂ ਖਬਰਾਂ ਲੱਗੀਆਂ ਸੀਗੀਆਂ ਵੀ ਇਹ ਕੋਵਾ ਐਪ ਜਿਹੜੇ ਆ ਉਹ ਸਾਰੇ ਡਾਊਨਲੋਡ ਕਰੋ। ਤੇ ਮੈਂ ਵੀ ਉਹ ਅਖਬਾਰਾਂ ਦੀਆਂ ਖਬਰਾਂ ਦੇਖ ਕੇ ਮੈਂ ਵੀ ਇਹ ਕੋਵਾ ਐਪ ਜਿਹੜਾ ਉਹ ਡਾਊਨਲੋਡ ਕਰ ਲਿਆ 11 ਤਰੀਕ ਦੇ ਨੇੜੇ ਤੇੜੇ। ਸੈਮੀਨਾਰ 'ਚ ਵੀ ਗਏ ਸੀ? ਨਹੀਂ, ਸੈਮੀਨਾਰ 'ਚ ਮੈਂ ਨਹੀਂ ਗਿਆ ਸੀਗਾ। ਤੇ ਉਹ ਮੈਂ ਅਖਬਾਰ ਤੋਂ ਜਿਹੜਾ ਆ ਸਾਰੀਆਂ ਅਖਬਾਰਾਂ 'ਚ ਇਹ ਖਬਰਾਂ ਲੱਗੀਆਂ ਸੀ, ਉੱਥੋਂ ਮੈਂ ਇਹ ਪੜ੍ਹ ਕੇ ਤੇ ਮੈਂ ਡਾਊਨਲੋਡ ਕੀਤਾ ਇਹਨੂੰ। ਹਾਂਜੀ, ਠੀਕ ਹੈ। ਉਸ ਤੋਂ ਬਾਅਦ ਅੱਗੇ ਕੀ ਹੋਇਆ ਫਿਰ ਜਦੋਂ ਡਾਊਨਲੋਡ ਤੁਸੀਂ ਕਰ ਲਿਆ? ਫਿਰ ਅੱਗੇ ਦਾ ਪ੍ਰੋਸੈਸ ਕੀ ਹੋਇਆ? ਪਰਚਾ ਕਿਉਂ ਦਰਜ ਹੋ ਗਿਆ ਤੁਹਾਡੇ ਤੇ? ਇਹ 12 ਤਰੀਕ ਦੇ ਨੇੜੇ ਤੇੜੇ ਮੈਂ ਇਹਨੂੰ ਜਿਹੜਾ ਆ ਮੈਨੂੰ ਕੋਈ ਵਧੀਆ ਨਹੀਂ ਲੱਗਾ ਜ਼ਿਆਦਾ। ਇਹ ਜੋ ਮਰੀਜ਼ ਆਪਾਂ ਉੱਦਾਂ ਗਿਣਤੀ ਦੇਖਦੇ ਹਾਂ ਉਹੀ ਇਹਦੇ 'ਤੇ ਆ ਰਹੀ ਆ। ਕੈਪਟਨ ਦੀ ਜੋ ਐਡਵਰਟਾਈਜ਼ਮੈਂਟ ਹੋ ਰਹੀ ਆ, ਕੁਛ ਉਹ ਭਾਸ਼ਣ ਦੇ ਰਹੇ ਆ ਅਤੇ ਨਾਲ CM ਫੰਡ ਬਾਰੇ ਹੈਗਾ ਆ, ਮੈਨੂੰ ਕੋਈ ਬਾਹਲੀ ਵਧੀਆ ਨਹੀਂ ਲੱਗੀ, ਮੈਂ ਡਿਲੀਟ ਕਰ ਦਿੱਤੀ। 13 ਤਰੀਕ ਨੂੰ ਮੈਨੂੰ ਸਦਰ ਪੁਲਿਸ ਦੇ ਵਿੱਚੋਂ ਜਿਹੜਾ ਆ ਉਹ ਫੋਨ ਆਉਂਦਾ ਆ ਕਿ ਤੁਹਾਡੇ 'ਤੇ ਇਕਾਂਤਵਾਸ ਦੀ ਉਲੰਘਣਾ ਕਰਨ ਦੇ ਦੋਸ਼ ਦੇ ਵਿੱਚ 188 269 ਜਿਹੜੀ ਧਾਰਾ ਲਾ ਕੇ ਪਰਚਾ ਜਿਹੜਾ ਉਹ ਦਰਜ ਕੀਤਾ ਜਾਂਦਾ। ਨਹੀਂ, ਐਪ ਡਾਊਨਲੋਡ ਕਰਨ ਤੋਂ ਬਾਅਦ ਕੋਈ ਸੂਚਨਾ ਕਿਸੇ ਨੂੰ ਦਿੱਤੀ ਜਾਂ ਵਜ੍ਹਾ ਕੀ ਹੋਈ? ਮਤਲਬ ਤੁਸੀਂ ਕੋਈ ਸੈਲਫ ਕੁਆਰੰਟਾਈਨ ਦਾ ਕੋਈ ਆਪਸ਼ਨ ਕਲਿੱਕ ਕਰਿਆ ਸੀ? ਨਹੀਂ, ਇਹ ਵੀ ਭਾਜੀ ਜੇ ਮੈਂ ਹੁਣ ਆਪਦੇ ਫੋਨ ਦੇ ਵਿੱਚ ਆਪ ਐਪ ਡਾਊਨਲੋਡ ਕੀਤੀ ਆ, ਮੈਂ ਘਰ ਰਹਿ ਰਿਹਾ ਆ ਅਤੇ ਸੈਲਫ ਕੁਆਰੰਟਾਈਨ ਮੈਂ ਕਰ ਲਿਆ। ਮੈਂ ਆਪਣੇ ਆਪ ਨੂੰ ਪਿਛਲੇ 2 ਮਹੀਨੇ ਤੋਂ ਅਸੀਂ ਘਰ ਦੇ ਵਿੱਚ ਹੀ ਆ, ਇੱਥੇ ਨੇੜੇ ਤੇੜੇ ਲਾਗੇ ਜਾਈਦਾ ਆ। ਪਰ ਇਹਦਾ ਇਹ ਮਤਲਬ ਨਹੀਂ ਗਾ ਫਿਰ ਸਿਵਲ ਜਿਹੜਾ ਪ੍ਰਸ਼ਾਸਨ ਆ ਜਾਂ ਸਿਹਤ ਅਧਿਕਾਰੀ ਆ, ਜੇ ਉਹਨਾਂ ਨੂੰ ਲੱਗਾ ਸੀਗਾ ਵੀ ਇਹ ਅਸੀਂ ਇਹਨੂੰ ਇਕਾਂਤਵਾਸ 'ਚ ਕੀਤਾ ਅਤੇ ਉਲੰਘਣਾ ਕਰ ਰਿਹਾ ਤਾਂ ਉਹਨਾਂ ਨੂੰ ਪਹਿਲਾਂ ਮੇਰੇ ਨਾਲ ਸੰਪਰਕ ਕਰਨਾ ਚਾਹੀਦਾ ਸੀਗਾ ਵੀ ਸਾਡੇ ਰਿਕਾਰਡ ਦੇ ਵਿੱਚ ਤੁਹਾਨੂੰ ਕਿਤੇ ਇਕਾਂਤਵਾਸ ਨਹੀਂ ਕੀਤਾ, ਤੁਹਾਡੇ ਕੋਲੋਂ ਇਹ ਗਲਤੀ ਹੋਈ ਆ, ਇਹਨੂੰ ਦੁਬਾਰਾ ਇੱਦਾਂ ਸੁਧਾਰ ਲਓ। ਇਹ ਤੁਹਾਨੂੰ ਕੀਤਾ ਗਿਆ ਸੀ ਇਕਾਂਤਵਾਸ? ਦਰਅਸਲ ਜਦੋਂ ਕਿਸੇ ਨੂੰ ਹੋਮ ਕੁਆਰੰਟਾਈਨ ਇਕਾਂਤਵਾਸ ਕਿਸੇ ਨੂੰ ਕੀਤਾ ਜਾਂਦਾ ਹੈ, ਜਦੋਂ ਜਿਵੇਂ ਕਿ ਅਸੀਂ ਬਹੁਤ ਸਾਰੇ ਕੇਸ ਇਹੋ ਜਿਹੇ ਦੇਖੇ ਜਦੋਂ ਵਿਦੇਸ਼ ਤੋਂ ਲੋਕ ਆਏ ਜਾਂ ਫਿਰ ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ, ਜਿਨ੍ਹਾਂ ਦੇ ਟੈਸਟ ਪੋਜ਼ੀਟਿਵ ਆ ਗਏ ਸੀ, ਉਹਨਾਂ ਨੂੰ ਛੁੱਟੀ ਮਿਲੀ, ਉੱਥੇ ਸਟੈਂਪ ਲਾ ਦਿੱਤੀ ਜਾਂਦੀ ਹੈ, ਹੋਮ ਕੁਆਰੰਟਾਈਨ ਲਿਖਿਆ ਜਾਂਦਾ। ਇਸ ਤਰ੍ਹਾਂ ਦੀ ਕੋਈ ਸਟੈਂਪ ਵੀ ਲਾਈ ਸੀ ਤੁਹਾਡੇ ਜਾਂ ਸਿਹਤ ਮਹਿਕਮੇ ਨੇ ਤਾਂ ਕੋਈ ਕੁਆਰੰਟਾਈਨ ਨਹੀਂ ਕੀਤਾ ਤੁਹਾਨੂੰ? ਨਹੀਂ ਜੀ, ਬਿਲਕੁਲ ਸਿਹਤ ਮਹਿਕਮੇ ਨੂੰ ਤਾਂ ਪਤਾ ਹੀ ਨਹੀਂ ਹੈ ਇਸੇ ਬਾਰੇ ਕੁਝ ਵੀ। ਅਤੇ ਇਹ ਸੈਲਫ ਹੋਮ ਕੁਆਰੰਟਾਈਨ ਜਿਹੜਾ ਮੇਰੇ ਕੋਲੋਂ ਕਹਿੰਦੇ ਉਹ ਕਹਿ ਰਹੇ ਆ ਵੀ ਤੁਹਾਡੇ ਕੋਲੋਂ ਇਹ ਬਟਨ ਜਿਹੜਾ ਦੱਬਿਆ ਗਿਆ ਹੈ, ਐਪ ਦੇ ਵਿੱਚ ਕਲਿੱਕ ਹੋ ਗਿਆ। ਹਾਂਜੀ, ਐਪ ਦੇ ਵਿੱਚ ਕਲਿੱਕ ਹੋ ਗਿਆ। ਕੋਈ ਸਾਡੇ ਘਰ ਦੇ ਮੂਹਰੇ ਸਟਿੱਕਰ ਨਹੀਂ ਲੱਗਾ, ਕੋਈ ਮੇਰੇ ਮੋਹਰ ਨਹੀਂ ਲੱਗੀ ਹੋਈ, ਕੋਈ ਨਿਸ਼ਾਨ ਨਹੀਂ ਲੱਗਾ ਹੋਇਆ, ਕੋਈ ਮੇਰੀ ਹਿਸਟਰੀ ਨਹੀਂ ਹੈਗੀ। ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਕੋਈ ਹਿਸਟਰੀ ਨਹੀਂ ਹੈਗੀ, ਪਰ ਉਹ ਇਸ ਗੱਲ ਦੇ ਵੱਲ ਨਹੀਂ ਆਏ। ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਪਹਿਲਾਂ ਪੂਰੀ ਇਨਵੈਸਟੀਗੇਸ਼ਨ ਆਪਣੀ ਕਰ ਲਓ, ਜੇ ਲੱਗਦਾ ਹੋਊਗਾ ਤੁਹਾਨੂੰ ਮੈਂ ਉਲੰਘਣਾ ਕੀਤੀ ਕਾਨੂੰਨ ਦੀ, ਫਿਰ ਮੈਂ ਹਰ ਜੁਰਮਾਨੇ ਲਈ, ਹਰ ਕੇਸ ਲਈ ਤਿਆਰ ਹਾਂ। ਤੁਹਾਨੂੰ ਕਦੋਂ ਫੋਨ ਆਉਂਦਾ ਵੀ ਤੁਹਾਡੇ ਤੇ ਪਰਚਾ ਦਰਜ ਕੀਤਾ ਜਾ ਰਿਹਾ? ਕਿਹਦਾ ਫੋਨ ਆਇਆ ਸੀ? ਇਹ ਮੈਨੂੰ ASI ਸਦਰ ਤੋਂ ਜਿਹੜੇ ਆ ਉਹਨਾਂ ਦਾ ਫੋਨ ਆਇਆ ਸੀਗਾ ਅਤੇ 13 ਤਰੀਕ ਨੂੰ। 15 ਤਰੀਕ ਨੂੰ ਜਿਹੜਾ ਅਖਬਾਰਾਂ ਦੇ ਵਿੱਚ ਪਤਾ ਲੱਗਾ ਮੈਨੂੰ ਵੀ ਤੁਹਾਡੇ ਤੇ ਪਰਚਾ ਜਿਹੜਾ ਉਹ ਦਰਜ ਹੋ ਗਿਆ ਹੈ। ਤੁਹਾਨੂੰ ਕਾਲ ਆਈ, ਕੋਈ ਬੁਲਾਇਆ ਵੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਥਾਣੇ? ਨਹੀਂ, ਬਿਲਕੁਲ ਜੀ, ਉਹਨਾਂ ਨੇ ਬੁਲਾਇਆ ਨਹੀਂ ਗਾ। 15 ਤਰੀਕ ਨੂੰ ਜਦੋਂ ਅਖਬਾਰਾਂ 'ਚ ਖਬਰਾਂ ਲੱਗੀਆਂ, ਸ਼ਾਮ ਨੂੰ 4 ਵਜੇ ਪੁਲਿਸ ਦੀ ਜਿਹੜੀ ਗੱਡੀ ਆ ਉਹ ਮੈਨੂੰ ਲੈਣ ਆਉਂਦੀ ਆ ਅਤੇ ਮੈਂ ਘਰ ਦੇ ਵਿੱਚ ਨਹੀਂ ਸੀਗਾ ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਕੱਲ੍ਹ ਨੂੰ 10 ਵਜੇ ਤੁਸੀਂ ਇੱਕ ਆਪਣਾ ਜ਼ਮਾਨਤੀ ਨਾਲ ਲੈ ਕੇ ਤੇ ਸਦਰ ਥਾਣੇ ਪਹੁੰਚਣਾ ਹੈ। ਹਾਂਜੀ, ਫਿਰ ਉਸ ਤੋਂ ਬਾਅਦ ਤੁਸੀਂ ਜ਼ਮਾਨਤ ਕਰਾ ਲਈ ਆਪਦੀ? ਨਹੀਂ, ਬਿਲਕੁਲ ਨਹੀਂ ਜੀ, ਅਸੀਂ ਕਿਹਾ ਵੀ ਇਹ ਬਿਲਕੁਲ ਧੱਕਾ ਆ। ਅਸੀਂ ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਮਿਲੇ ਆ ਵੀ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਗਾ, ਤੁਸੀਂ ਘਰ ਦੇ ਬਾਹਰ ਸਾਡੇ ਸਟਿੱਕਰ ਦੇਖ ਲਓ, ਸਿਹਤ ਵਿਭਾਗ ਨੂੰ ਪੁੱਛ ਲਓ, ਕਿਤੇ ਰਿਕਾਰਡ ਨਹੀਂ ਹੈਗਾ ਸਾਡਾ। ਅੱਛਾ, ਫਿਰ ਇਹ ਦਰਜ ਕਿਸ ਨੇ ਕਰਾਇਆ ਪਰਚਾ? ਇਹ ਪੁਲਿਸ ਦੇ ਕਹਿਣ ਮੁਤਾਬਕ ਵੀ ਸਾਨੂੰ DC ਦਫ਼ਤਰ ਦੇ ਵਿੱਚੋਂ ਜਿਹੜੀ ਆ ਉਹ ਸੂਚਨਾ ਪ੍ਰਾਪਤ ਹੋਈ ਆ ਅਤੇ ਸਿਹਤ ਵਿਭਾਗ ਨੇ DC ਨੂੰ ਮਾਰਕ ਕੀਤਾ ਸੀ ਤਾਂ ਹੋਇਆ ਹੈ। ਸਿਹਤ ਵਿਭਾਗ ਨਾਲ ਸੰਪਰਕ ਨਹੀਂ ਕੀਤਾ ਤੁਸੀਂ?
ਨਹੀਂ, ਪਰਚਾ ਦਰਜ ਹੋਣ ਤੋਂ ਬਾਅਦ ਦੇ ਵਿੱਚ ਅਸੀਂ ਪਹਿਲਾਂ ਪੁਲਿਸ ਕੋਲ ਗਏ ਆ। ਉਹਨਾਂ ਨੇ ਕਿਹਾ ਵੀ ਸਿਹਤ ਵਿਭਾਗ ਸਾਨੂੰ ਲਿਖ ਕੇ ਦੇ ਦੇਵੇ, ਅਸੀਂ ਪਰਚਾ ਜਿਹੜਾ ਹੈ ਉਹ ਕੈਂਸਲ ਕਰ ਦਾਂਗੇ। ਤੇ ਜਦੋਂ ਸਿਹਤ ਵਿਭਾਗ ਦੇ ਕੋਲ ਗਏ ਆ, ਉਹ ਕਹਿੰਦੇ ਵੀ ਸਾਡੇ ਕੋਲ ਇਹੋ ਜੀ ਕੋਈ ਜਾਣਕਾਰੀ ਨਹੀਂ ਹੈਗੀ, ਨਾ ਤੁਹਾਨੂੰ ਅਸੀਂ ਇਕਾਂਤਵਾਸ 'ਚ ਰੱਖਿਆ ਆ, ਤੇ ਨਾ ਅਸੀਂ ਸਾਡੇ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਗਈ ਹੈ ਵੀ ਇਹਨਾਂ ਤੇ ਪਰਚਾ ਦਰਜ ਕਰੋ। ਹਾਂਜੀ, ਠੀਕ ਹੈ। ਤੇ ਹੁਣ ਅੱਗੇ ਦਾ ਪ੍ਰੋਸੈਸ ਕੀ ਚੱਲ ਰਿਹਾ ਫਿਰ? ਪਰਚਾ ਖਾਰਿਜ ਹੋਊਗਾ ਜਾਂ ਕੀ ਕਹਿ ਰਹੇ ਨੇ ਉਹ? ਇਹਦੇ ਵਿੱਚ ਮੈਂ ਇਕੱਲਾ ਨਹੀਂ ਹੈ ਜੀ। ਕੱਲ੍ਹ ਦੀ ਨਿਊਜ਼ ਤੋਂ ਪਤਾ ਲੱਗਾ ਵੀ ਪੂਰੇ ਪੰਜਾਬ ਦੇ ਵਿੱਚ 530 ਲੋਕਾਂ ਦੇ ਉੱਤੇ ਇਹ ਪਰਚਾ ਜਿਹੜਾ ਆ ਉਲੰਘਣਾ ਦਾ ਦਰਜ ਕੀਤਾ ਗਿਆ, ਜਿਨ੍ਹਾਂ ਨੇ ਕੋਵਾ ਐਪ ਡਾਊਨਲੋਡ ਕਰਦਿਆਂ ਕੋਈ ਮਿਸਟੇਕ ਕਰ ਲਈ। ਤੇ ਕਪੂਰਥਲਾ ਦੇ ਵਿੱਚ 7 ਜਿਹੜੇ ਨੇ ਉਹ ਹੈਗੇ ਨੇ ਜਿਨ੍ਹਾਂ ਤੇ ਇਹ ਪਰਚਾ ਦਰਜ ਹੋਇਆ। ਕਈ ਲੋਕ ਚੁੱਪ ਚਪੀਤੇ 200 ਰੁਪਈਆ ਦੇ ਕੇ ਜ਼ਮਾਨਤ ਕਰਾ ਕੇ ਆਪਣੀ ਚਲੇ ਗਏ, ਆਪਦਾ ਜੁਰਮਾਨਾ ਜਿਹੜਾ ਉਹ ਦੇ ਗਏ। ਤੇ ਕਈ ਜਿਹੜੇ ਲੋਕ ਸੀਗੇ ਉਹ ਹਾਲੇ ਕਰਨਗੇ ਆਪਦੀ, ਜਿਨ੍ਹਾਂ ਤੇ ਕਾਰਵਾਈ ਹੋਣੀ ਬਾਕੀ ਹੈ। ਤੇ ਮੈਂ ਚਾਹੁੰਦਾ ਹਾਂ ਕਿ ਉਹਦੇ ਵਿੱਚ ਇੱਕ ਸੀਨੀਅਰ ਪੱਤਰਕਾਰ ਵੀ ਹੈ ਕਿਸੇ ਅਖਬਾਰ ਦਾ, ਜਿਹਦੇ ਤੇ ਇਹ FIR ਜਿਹੜੀ ਦਰਜ ਹੋਈ ਹੈ। ਨਹੀਂ, ਤੁਹਾਨੂੰ ਲੱਗਦਾ ਨਹੀਂ ਕਿ ਫਿਰ ਇਹ ਧੱਕੇਸ਼ਾਹੀ ਹੈ, ਇਹ ਗਲਤ ਹੋ ਰਿਹਾ? ਕਿਉਂਕਿ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਲਈ, ਤੁਸੀਂ ਆਪਦੇ ਮੋਬਾਈਲ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਡਾਊਨਲੋਡ ਕਰੋ, ਉਸ ਨੂੰ ਅਨਇੰਸਟਾਲ ਕਰੋ, ਜੇ ਕੋਈ ਕਲਿੱਕ ਹੋ ਗਿਆ ਤਾਂ ਉਸ ਦੇ ਵਿੱਚ ਗਲਤ ਕੀ ਹੈ? ਗਲਤੀ ਨਾਲ ਵੀ ਕੋਈ ਕਲਿੱਕ ਹੋ ਸਕਦੀ ਹੈ ਚੀਜ਼, ਪਰ ਉਸ ਦਾ ਨੋਟਿਸ ਤਾਂ ਕੋਈ ਦੇਣਾ ਚਾਹੀਦਾ ਨਾ। ਇਹ ਤਾਂ ਨਹੀਂ ਵੀ ਸਿੱਧਾ ਪਰਚਾ ਦਰਜ ਕਰ ਦਿਓ। ਕੋਈ ਨੋਟਿਸ ਦਿੱਤਾ ਤੁਹਾਨੂੰ? ਨਾ ਜੀ, ਬਿਲਕੁਲ ਕੋਈ ਨੋਟਿਸ ਨਹੀਂ ਦਿੱਤਾ ਗਿਆ। ਜੇ ਸਿਹਤ ਵਿਭਾਗ ਦੇ ਕੋਲ ਕੋਈ ਜਾਣਕਾਰੀ ਆਈ ਸੀ ਜਿਹੜੀ ਉਹਨਾਂ ਨੇ DC ਨੂੰ ਮਾਰਕ ਕੀਤੀ ਆ, ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਹ ਸਭ ਤੋਂ ਪਹਿਲਾਂ ਮੇਰੇ ਨਾਲ ਸੰਪਰਕ ਕਰਦੇ। ਉਹਨਾਂ ਦੇ ਕੋਲ ਮੇਰਾ ਬਕਾਇਦਾ ਫ਼ੋਨ ਨੰਬਰ, ਮੇਰੇ ਪਿੰਡ ਦਾ ਐਡਰੈਸ, ਸਾਰਾ ਕੁਝ ਉਹਨਾਂ ਦੇ ਕੋਲ ਆ ਗਿਆ ਸੀਗਾ, ਜਿਹੜਾ ਉਹਨਾਂ ਨੇ ਪੁਲਿਸ ਵਿਭਾਗ ਨੂੰ ਦਿੱਤਾ ਆ। ਉਹਨਾਂ ਨੂੰ ਚਾਹੀਦਾ ਸੀਗਾ ਵੀ ਉਸ ਤੋਂ ਪਹਿਲਾਂ ਉਹ ਮੇਰੇ ਨਾਲ ਸੰਪਰਕ ਕਰਦੇ ਜ਼ਰੂਰ, ਕਿਉਂਕਿ ਪਿੰਡਾਂ ਦੇ ਵਿੱਚ ਆਮ ਲੋਕ ਜਿਹੜੇ ਆ ਉਹ ਡਾਊਨਲੋਡ ਕਰਦੇ ਕਈ ਗਲਤੀਆਂ ਕਰ ਲੈਂਦੇ ਆ। ਇਹ ਨਹੀਂ ਮੈਂ ਕਹਿੰਦਾ ਵੀ ਸਾਡੇ ਕੋਲ ਨਹੀਂ ਗਲਤੀ ਹੋ ਸਕਦੀ ਆ, ਪਰ ਜੇ ਸੈਲਫ ਅਸੀਂ ਆਪਣੇ ਸਿਵਾ ਇੱਛਾ ਦੇ ਨਾਲ ਘਰ ਰਹਿੰਦੇ ਆ ਤੇ ਕਿਤੇ ਨਹੀਂ ਬਾਹਰ ਜਾਂਦੇ, ਤਾਂ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਤੇ ਪਰਚਾ ਦਰਜ ਕਰ ਦੇਣਾ। ਤੁਸੀਂ ਉਹ ਫੋਨ ਕਰਕੇ ਜਾਂ ਸਾਨੂੰ ਚੰਗੀ ਸਲਾਹ ਦੇ ਕੇ ਵੀ ਕਹਿ ਸਕਦੇ ਸੀਗੇ ਵੀ ਇਹਨੂੰ ਇਸ ਤਰੀਕੇ ਦੇ ਨਾਲ ਤੁਸੀਂ ਇੰਸਟਾਲ ਕਰ ਲਓ ਜਾਂ ਇਹਨੂੰ ਕੱਟ ਕੇ ਦੁਬਾਰਾ ਡਾਊਨਲੋਡ ਕਰ ਲਓ। ਕੋਈ ਤੁਹਾਡੇ ਕੋਲ ਡਿਟੇਲ ਹੈਗੀ ਹੈ ਕਿ FIR ਜਿਹੜੀ ਦਰਜ ਹੋਈ ਹੈ ਜਾਂ ਉਸ ਤੋਂ ਬਾਅਦ ਕੋਈ ਨੋਟਿਸ ਤੁਸੀਂ ਲਿਆ? FIR ਦਰਜ ਜਿਹੜੀ ਹੋਈ ਸੀਗੀ ਉਹਦੇ ਸਬੰਧ 'ਚ ਅਸੀਂ ਜਦੋਂ ਇਹਨਾਂ ਨੂੰ ਮਿਲੇ ਆ, ਸਿਵਲ ਸਰਜਨ ਸਾਹਿਬ ਜੀ ਨੂੰ ਜਾਂ ਉੱਥੇ ਹੋਰ ਅਧਿਕਾਰੀਆਂ ਨੂੰ, ਉਹਨਾਂ ਨੇ ਫਿਰ ਇਹ ਸਾਨੂੰ ਸ਼ਾਮ ਨੂੰ ਜਿਹੜਾ ਜਦੋਂ ਮੀਡੀਆ ਦਾ ਜ਼ੋਰ ਪਿਆ ਆ, ਤੇ ਫਿਰ ਉਹਨਾਂ ਨੇ ਸਾਨੂੰ ਇਹ ਜਿਹੜਾ ਆ ਸਰਟੀਫਿਕੇਟ ਦਿੱਤਾ ਆ ਵੀ ਇਹਨਾਂ ਨੂੰ ਅਸੀਂ ਕੁਆਰੰਟਾਈਨ ਨਹੀਂ ਕੀਤਾ। ਤੁਹਾਡੀ ਕੋਈ ਰਿਪੋਰਟ ਕਰਾਈ ਤੁਸੀਂ? ਕੋਈ ਪੋਜ਼ਿਟਿਵ ਨੈਗੇਟਿਵ ਇਦਾਂ ਦੀ ਕੋਈ ਰਿਪੋਰਟ ਤਾਂ ਨਹੀਂ? ਨਹੀਂ, ਜਿੱਦਣ ਮੈਨੂੰ ਪੁਲਿਸ ਵਿਭਾਗ ਦਾ ਫੋਨ ਆਉਂਦਾ ਆ ਉਸੇ ਦਿਨ ਮੈਂ ਜਾ ਕੇ ਮਿਲਦਾ ਆ SMO ਸਾਹਿਬ ਕਾਲਾ ਸੰਘਿਆ ਨੂੰ। ਉਹਨਾਂ ਨੇ ਮੈਨੂੰ ਫਿਟਨੈਸ ਦਾ ਸਰਟੀਫਿਕੇਟ ਉਸੇ ਟਾਈਮ ਦੇ ਦਿੱਤਾ। 1 ਵਜੇ ਉਹਨਾਂ ਨੇ ਸਰਟੀਫਿਕੇਟ ਦਿੱਤਾ ਆ, ਰਾਤ ਨੂੰ 9:15 ਤੇ ਜਿਹੜਾ ਆ ਉਹ ਪਰਚਾ ਦਰਜ ਹੁੰਦਾ ਆ। ਹਾਂਜੀ, ਉਹਦੀ ਵੀ ਮੈਂ ਕਾਪੀ ਤੁਹਾਨੂੰ ਦਿਖਾ ਦਿੰਦਾ ਜੀ। ਮਤਲਬ COVID-19 ਦੀ ਜਿਹੜੀ ਤੁਹਾਡੀ ਕੋਈ ਰਿਪੋਰਟ ਪੋਜ਼ਿਟਿਵ ਨਹੀਂ ਆਈ, ਤੁਸੀਂ ਚੈੱਕ ਹੀ ਨਹੀਂ ਕਰਾਇਆ ਕਦੇ? ਬਿਲਕੁਲ ਜੀ, ਕੋਈ ਵਾਹ ਵਾਸਤਾ ਨਹੀਂ ਰਿਹਾ ਉਹਦੇ ਨਾਲ। ਇਹ ਉਹ ਸਰਟੀਫਿਕੇਟ ਆ ਜਿਹੜਾ ਕਾਲਾ ਸੰਘਿਆ ਹਸਪੀਟਲ 'ਚੋਂ ਮੈਨੂੰ ਦਿੱਤਾ ਗਿਆ ਫਿਟਨੈਸ ਦਾ। 1 ਵਜੇ ਦੁਪਹਿਰ ਨੂੰ ਦਿੱਤਾ, ਇਹ ਰਾਤ ਨੂੰ 9:15 ਵਜੇ ਪਰਚਾ ਜਿਹੜਾ ਆ ਉਹ ਦਰਜ ਹੁੰਦਾ ਹੈ। ਹਾਂਜੀ, ਠੀਕ ਹੈ। ਹੁਣ ਅੱਗੇ ਡਿਮਾਂਡ ਕੀ ਹੈ ਤੁਹਾਡੀ, ਕੀ ਚਾਹੁੰਦੇ ਹੋ? ਡਿਮਾਂਡ ਇਹ ਆ ਵੀ ਮੈਂ ਅਪੀਲ ਕਰਦਾ ਆ ਸਿਹਤ ਵਿਭਾਗ ਨੂੰ ਵੀ ਤੇ ਸਾਰੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਵੀ ਕਿਸੇ ਦੇ ਨਾਲ ਵੀ ਕੋਈ ਧੱਕਾ ਨਾ ਹੋਵੇ, ਚਾਹੇ ਉਹ ਆਮ ਹੋਵੇ ਚਾਹੇ ਖਾਸ ਹੋਵੇ। ਕੋਈ ਵੀ ਪਰਚਾ ਦਰਜ ਕਰਨ ਤੋਂ ਪਹਿਲਾਂ ਉਹਦੇ ਬਾਰੇ ਜਿਹੜੀ ਆ ਉਹ ਚੰਗੀ ਤਰ੍ਹਾਂ ਜਿਹੜੀ ਹੈ ਜਾਣਕਾਰੀ ਉਹ ਇਕੱਠੀ ਕਰ ਲਈ ਜਾਵੇ। ਸੋ ਇਹ ਡਾਕਟਰ ਸੁਰਜੀਤ ਸਿੰਘ ਨੇ, ਕਪੂਰਥਲਾ ਦੇ ਖੁਸਰੋ ਪਿੰਡ ਰਹਿਣ ਦੇ ਨਿਵਾਸੀ ਨੇ, ਤੇ ਇਹਨਾਂ ਨੇ ਕੋਵਾ ਐਪ ਡਾਊਨਲੋਡ ਕਰੀ ਸੀ। ਜਿੱਦਾਂ ਬਹੁਤ ਸਾਰੀ ਐਡਵਰਟੀਜ਼ਮੈਂਟ ਕੀਤੀ ਜਾ ਰਹੀ ਹੈ, ਮਸ਼ਹੂਰੀ ਦੇਖ ਕੇ ਇਹਨਾਂ ਨੇ ਵੀ ਡਾਊਨਲੋਡ ਕਰ ਲਈ। ਸਰਕਾਰ ਕਹਿ ਰਹੀ ਕਿ ਕੋਵਾ ਐਪ ਡਾਊਨਲੋਡ ਕਰੋ। ਉਸ ਤੋਂ ਬਾਅਦ ਡਾਊਨਲੋਡ ਕਰਨ ਤੋਂ ਬਾਅਦ ਜਦੋਂ ਇਹਨਾਂ ਨੇ ਕੋਈ ਬਟਨ, ਇਹਨਾਂ ਦਾ ਕਹਿਣਾ ਕਿ ਕਲਿੱਕ ਹੋ ਗਿਆ ਹੋਮ ਕੁਆਰੰਟਾਈਨ ਦਾ, ਉਸ ਤੋਂ ਬਾਅਦ ਐਪਲੀਕੇਸ਼ਨ ਇਹਨਾਂ ਨੂੰ ਚੰਗੀ ਨਹੀਂ ਲੱਗੀ ਤਾਂ ਇਹਨਾਂ ਨੇ ਅਨਇੰਸਟਾਲ ਕਰ ਦਿੱਤੀ। ਉਸ ਤੋਂ ਬਾਅਦ ਇਹਨਾਂ ਨੂੰ ਕੋਈ ਸਮਝਾਇਆ ਬੁਝਾਇਆ ਨਹੀਂ ਗਿਆ, ਕੋਈ ਨੋਟਿਸ ਨਹੀਂ ਦਿੱਤਾ ਗਿਆ, ਸਿੱਧਾ ਇਹਨਾਂ ਤੇ FIR ਦਰਜ ਕਰਵਾ ਦਿੱਤੀ ਗਈ। ਔਰ ਹੁਣ ਇਹਨਾਂ ਦਾ ਕਹਿਣਾ ਹੈ ਕਿ ਦਬਾਅ ਪਾਇਆ ਜਾ ਰਿਹਾ ਸੀਗਾ, ਪੁਲਿਸ ਇਹਨਾਂ ਨੂੰ ਘਰੋਂ ਚੁੱਕਣ ਵਾਸਤੇ ਆ ਗਈ। ਔਰ ਉਸ ਤੋਂ ਬਾਅਦ ਹੁਣ ਜਿਹੜਾ ਸਰਟੀਫਿਕੇਟ ਇਹਨਾਂ ਦਾ ਬਿਲਕੁਲ ਫਿਟਨੈਸ ਬਿਲਕੁਲ ਓਕੇ ਆ, ਬਿਲਕੁਲ ਸਰਟੀਫਿਕੇਟ ਜਿਹੜਾ ਇਹਨਾਂ ਨੂੰ ਦੇ ਦਿੱਤਾ ਗਿਆ। ਪਰ ਇਸ ਦੇ ਬਾਵਜੂਦ ਇਹ ਕਿਸ ਤਰ੍ਹਾਂ ਦੀ ਕਾਰਵਾਈ ਆ, ਸਮਝ ਤੋਂ ਪਰੇ ਹੈ ਕਿ ਸਰਕਾਰੀ ਜਿਹੜਾ ਸਿਸਟਮ ਆ ਸਾਡਾ, ਇਹ ਕਦੋਂ ਸੁਧਰਨਾ, ਇਹ ਸਮਝ ਤੋਂ ਪਰੇ ਹੈ। ਕਿਉਂਕਿ ਇਹ ਸਮਝਾਉਣ ਦੀ ਬਜਾਏ ਲੋਕਾਂ ਨੂੰ ਡਰਾਉਣ ਦਾ ਜ਼ਿਆਦਾ ਅਸੀਂ ਕੰਮ ਕਰ ਰਹੇ ਹਾਂ ਇਸ ਹਿਸਾਬ ਦੇ ਨਾਲ। ਕਿਉਂਕਿ ਜੇ ਐਪਲੀਕੇਸ਼ਨ ਇੱਕ ਡਾਊਨਲੋਡ ਹੋ ਗਈ, ਜੇ ਅਨਇੰਸਟਾਲ ਅਗਲੇ ਨੇ ਕਰ ਦਿੱਤੀ, ਤਾਂ ਉਸ ਦੇ ਵਿੱਚ ਪਰਚਾ ਦਰਜ ਕਰਨਾ ਕੀ ਬਣਦਾ ਸੀ? ਇਹ ਕਿੰਨਾ ਧਾਰਾਵਾਂ ਦੇ ਤਹਿਤ ਹੋਇਆ? ਧਾਰਾ 188 ਦੇ ਤਹਿਤ ਇਹਨਾਂ ਨੇ ਪਰਚਾ ਦਰਜ ਕੀਤਾ। ਔਰ ਫਿਲਹਾਲ ਇਹਨਾਂ ਦਾ ਕਹਿਣਾ ਹੈ ਕਿ ਡਿਮਾਂਡ ਇਹਨਾਂ ਦੀ ਇਹੀ ਹੈ ਕਿ ਇਹ ਜਿਹੜਾ ਪਰਚਾ ਇਹ ਰੱਦ ਕੀਤਾ ਜਾਵੇ, ਤੇ ਨਾਲ ਹੀ ਜਿਹੜਾ ਸਿਵਲ ਸਰਜਨ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਤੇ ਗੌਰ ਕੀਤੀ ਜਾ ਰਹੀ ਹੈ। ਇਸ ਤੇ ਸਰ ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਲੈਣਾ ਚਾਹੂੰਗਾ, ਸਿਵਲ ਸਰਜਨ ਨੇ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ ਵੀ ਅਸੀਂ ਇਸ ਬਾਰੇ ਗੱਲਬਾਤ ਕਰ ਰਹੇ ਹਾਂ? ਨਹੀਂ, ਬਿਲਕੁਲ ਨਹੀਂ ਜੀ। ਉਹਨਾਂ ਨੇ ਦੂਜੇ ਦਿਨ ਮੈਨੂੰ ਮੀਡੀਆ ਤੋਂ ਪਤਾ ਲੱਗਾ ਵੀ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਪੱਤਰ ਲਿਖਿਆ ਆ ਪੁਲਿਸ ਵਿਭਾਗ ਨੂੰ ਵੀ ਇਹ ਜਿਹੜਾ ਪਰਚਾ ਆ ਉਹ ਖਾਰਜ ਕਰ ਦਿੱਤਾ ਜਾਵੇ। ਸਾਨੂੰ ਕੋਈ ਕੁਝ ਨਹੀਂ ਉਹਨਾਂ ਨੇ ਦੱਸਿਆ ਵੀ ਅਸੀਂ ਇਹ ਜਿਹੜੀ ਕਾਰਵਾਈ ਅਸੀਂ ਕੀਤੀ ਆ ਜਾਂ ਇੱਥੇ ਅਸੀਂ ਕੁਝ ਕਰਾਂਗੇ, ਤੁਹਾਡਾ ਪਰਚਾ ਜਿਹੜਾ ਖਾਰਜ ਕਰਾ ਲਾਂਗੇ, ਤੁਹਾਡੇ ਨਾਲ ਧੱਕਾ ਹੋਇਆ, ਇੱਦਾਂ ਦਾ ਉਹਨਾਂ ਨੇ ਬਿਲਕੁਲ ਨਹੀਂ ਕੀਤਾ ਕੁਝ ਵੀ। ਹਾਂਜੀ,
ਸੋ ਇਹ ਡਾਕਟਰ ਸੁਰਜੀਤ ਸਿੰਘ ਨੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਧਾਰਾ 188 ਦੇ ਤਹਿਤ। ਇਹਨਾਂ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਨੇ ਕੋਵਾ ਐਪ ਡਾਊਨਲੋਡ ਕੀਤੀ ਸੀ ਉਸ ਤੋਂ ਬਾਅਦ ਹੋਮ ਕੁਆਰੰਟਾਈਨ ਦਾ ਕੋਈ ਆਪਸ਼ਨ ਕਲਿੱਕ ਹੋ ਗਿਆ। ਉਸ ਤੋਂ ਬਾਅਦ ਜਦੋਂ 1-2 ਦਿਨਾਂ ਬਾਅਦ ਇਹਨਾਂ ਨੇ ਐਪ ਅਨਇੰਸਟਾਲ ਕੀਤੀ ਤਾਂ ਇਹਨਾਂ ਨੂੰ ਥਾਣੇ 'ਚੋਂ ਫੋਨ ਆਉਂਦਾ ਕਿ ਤੁਹਾਡੇ ਤੇ ਪਰਚਾ ਦਰਜ ਕਰ ਦਿੱਤਾ ਗਿਆ। ਪਰ ਇਹ ਨਹੀਂ ਪੁੱਛਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਦੀ ਐਪਲੀਕੇਸ਼ਨ ਡਾਊਨਲੋਡ ਕੀਤੀ ਸੀ ਫਿਰ ਉਸ ਨੂੰ ਅਨਇੰਸਟਾਲ ਕਿਉਂ ਕੀਤਾ। ਨਾ ਸਿਹਤ ਮਹਿਕਮੇ ਤੋਂ ਫੋਨ ਆਇਆ, ਡਾਇਰੈਕਟ ਇਹਨਾਂ ਦਾ ਕਹਿਣਾ ਥਾਣੇ ਤੋਂ ਇਹਨਾਂ ਨੂੰ ਫੋਨ ਆਉਂਦਾ, ਉਹ ਵੀ ਜਦੋਂ ਪਰਚਾ ਦਰਜ ਹੋ ਗਿਆ। ਉਸ ਤੋਂ ਬਾਅਦ ਹੁਣ ਅੱਗੇ ਦੀ ਕਾਰਵਾਈ ਕੀ ਰਹੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਇਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਇਹਨਾਂ ਨੇ ਕੋਵਿਡ-19 ਦਾ ਟੈਸਟ ਕਰਾਇਆ, ਨਾ ਸਿਹਤ ਮਹਿਕਮੇ ਨੇ ਇਹਨਾਂ ਨੂੰ ਹੋਮ ਕੁਆਰੰਟਾਈਨ ਕੀਤਾ। ਉਸ ਦੇ ਬਾਵਜੂਦ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਸਰਕਾਰੀ ਸਿਸਟਮ ਤੇ ਪ੍ਰਸ਼ਾਸਨ ਤੇ ਸਵਾਲ ਖੜੇ ਕਰਨ ਲਈ ਮਜਬੂਰ ਕਰਦੀ ਹੈ। ਕੈਮਰਾ ਪਰਸਨ ਜਤਿੰਦਰ ਦੇ ਨਾਲ ਵਿਕਰਮ ਸਿੰਘ, ਜਗਬਾਣੀ ਟੀਵੀ, ਖੁਸਰੋਪੁਰ, ਕਪੂਰਥਲਾ।